ਆਸਮਾਨ ਦੇ ਵਿੱਚ ਹਾਜ਼ਰ ਹੋ ਗਈਆਂ। ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਗਰੀਬ ਨਵਾਜ਼ ਆਪ ਤੇ ਆਪਣੇ ਇੱਕੋ ਹੀ ਸੰਕਲਪ ਦੇ ਨਾਲ ਇਹਨਾਂ ਜ਼ਾਲਮਾਂ ਦੀਆਂ ਜੜ੍ਹਾਂ ਪੁੱਟ ਸਕਦੇ ਹੋ। ਸਾਡੇ ਵਾਸਤੇ ਆਪ ਦੀ ਕੋਈ ਆਗਿਆ, ਕੋਈ ਹੁਕਮ? ਸਤਿਗੁਰੂ ਜੀ ਕਹਿਣ ਲੱਗੇ ਵੀ ਅਸੀਂ ਤੇ ਜਿਸ ਹਾਲਤ ਵਿੱਚ ਵੀ, ਜਿਸ ਹਾਲ ਵਿੱਚ ਵੀ ਸਾਨੂੰ ਸਾਡੇ ਮਾਲਕ ਨੇ ਰੱਖਿਆ ਉਹਦੇ ਵਿੱਚ ਹੀ ਪ੍ਰਸੰਨ ਹਾਂ। ਸਾਨੂੰ ਤੇ ਕੋਈ ਗਿਲਾ ਨਹੀਂ। ਸਾਡੇ ਵਾਸਤੇ ਸ਼ਿਵਾਲਕ ਦੀਆਂ ਪਹਾੜੀਆਂ ਔਰ ਮਾਛੀਵਾੜੇ ਦੇ ਜੰਗਲ, ਆਨੰਦਪੁਰ ਦੀਆਂ ਰੌਣਕਾਂ ਔਰ ਇੱਥੋਂ ਦਾ ਉਜਾੜ, ਇਹ ਸਭ ਕੁਝ ਸਮਾਨ ਹੀ ਹੈ। ਵੀ ਅਸੀਂ ਤੇ ਕੋਈ ਗਿਲਾ ਨਹੀਂ ਕਰ ਰਹੇ, ਸਾਨੂੰ ਤੇ ਕੋਈ ਇਤਰਾਜ਼ ਨਹੀਂ। ਸਾਡੇ ਵਾਸਤੇ ਤਾਂ ਤਿਸਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਣ। ਵੀ ਅਸੀਂ ਤੇ ਪ੍ਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਸੱਜਣ ਸਮਝਿਆ ਹੈ। ਜੇ ਉਹ ਸਾਡਾ ਸੱਜਣ ਹੈ, ਸਾਡਾ ਮਿੱਤਰ ਹੈ, ਤਾਈਓ ਤੇ ਉਸਨੇ ਸਾਨੂੰ 10 ਲੱਖ ਦੇ ਘੇਰੇ ਵਿੱਚੋਂ ਕੱਢ ਲਿਆ। ਅਸੀਂ ਉਹਦੇ ਉੱਪਰ ਕੀ ਗੱਲਾਂ ਕਰੀਏ? ਉਸਨੂੰ ਕੋਈ ਉਲਾਮਾ ਦੇਈਏ? ਉਲਾਹ ਨੂੰ ਮੈਂ ਕਾਹੂੰ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਅਸੀਂ ਤੇ ਉਸਦਾ ਕੀਤਾ ਹਮੇਸ਼ਾ ਮਿੱਠਾ ਕਰਕੇ ਮੰਨਦੇ ਹਾਂ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਇਹ ਰੰਗ ਨੇ ਉਸ ਮਾਲਕ ਦੇ, ਪ੍ਰਮਾਤਮਾ ਦੇ, ਅਕਾਲ ਪੁਰਖ ਵਾਹਿਗੁਰੂ ਦੇ। ਆਨੰਦਪੁਰ ਦੀ ਰੌਣਕ ਹੋਰ ਰੰਗ ਸੀ, ਇੱਥੋਂ ਦਾ ਵਾਤਾਵਰਨ ਹੋਰ ਰੰਗ ਹੈ। ਉੱਥੋਂ ਦੀਆਂ ਮਖਮਲੀ ਸੇਜਾਂ ਔਰ ਉੱਥੋਂ ਦਾ ਸ਼ਾਹੀ ਠਾਠ ਬਾਠ, ਉੱਥੋਂ ਦੇ ਪਸ਼ਮੀਨੇ ਦੇ ਖੇਮੇ, 1.25 ਲੱਖ ਦੇ ਤੰਬੂ, ਉਹ ਕੋਈ ਹੋਰ ਰੰਗ ਸੀ। ਜਿਹੜਾ ਪ੍ਰਮਾਤਮਾ ਅੱਜ ਦਿਖਾ ਰਿਹਾ ਹੈ, ਕੋਈ ਹੋਰ ਰੰਗ ਹੈ। ਸਾਨੂੰ ਉਸਦੇ ਸਾਰੇ ਰੰਗ ਚੰਗੇ ਲੱਗਦੇ ਨੇ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਜੋਤ 'ਚ ਭਾਵੈ ਨਾਨਕਾ, ਸਾਈ ਗੱਲ ਚੰਗੀ। ਵੀ ਅਸੀਂ ਤੇ ਪ੍ਰਸੰਨ ਹਾਂ ਜੇ ਪ੍ਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਹੀ ਇਉਂ ਹੈ ਵੀ ਸਾਨੂੰ ਵੀ ਜ਼ਮੀਨ ਉੱਪਰ ਸੱਥਰ ਵਿਛਾ ਕੇ, ਛੱਡ ਕੇ ਮਖਮਲੀ ਸੇਜਾਂ, ਜ਼ਮੀਨ ਉੱਪਰ ਸੱਥਰ ਵਿਛਾ ਕੇ ਟਿੰਡ ਦਾ ਸਿਰਹਾਣਾ ਲਾ ਕੇ ਲੇਟਣ ਦੇ ਵਿੱਚ ਕੋਈ ਰੰਜਿਸ਼ ਨਹੀਂ। ਸਾਨੂੰ ਉਸਦਾ ਇਹ ਸੱਥਰ ਹੀ ਪ੍ਰਵਾਨ ਹੈ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਸਾਨੂੰ ਯਾਰੜੇ ਦਾ ਸੱਥਰ ਚੰਗੇਰਾ, ਅੱਠ ਰਹਿਣਾ ਖੇੜਿਆਂ ਦਾ। ਯਾਰੜੇ ਦਾ ਸੱਥਰ ਚੰਗੇਰਾ, ਅੱਠ ਰਹਿਣਾ ਖੇੜਿਆਂ ਦਾ। ਸਾਨੂੰ ਯਾਰ ਵਾਲਾ ਸੱਥਰ, ਆ ਸੱਥਰ ਚੰਗੇਰਾ, ਅੱਠ ਰਹਿਣਾ ਖੇੜਿਆਂ ਦਾ। ਸਾਨੂੰ ਯਾਰੜੇ ਦਾ ਸੱਥਰ ਚੰਗੇਰਾ, ਅੱਠ ਰਹਿਣਾ ਖੇੜਿਆਂ ਦਾ।
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ। ਸਤਿਗੁਰੂ ਜੀ ਉਧਰ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚ ਗਏ ਨੇ, ਔਰ ਇੱਧਰ ਜਦੋਂ ਉਸ ਪਾਪੀ ਨੇ ਮਾਤਾ ਜੀ ਨੂੰ ਔਰ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ, ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਉੱਥੋਂ ਸਰਹੰਦ ਭੇਜਿਆ ਗਿਆ। ਜਿਹੜਾ ਸਰਹੰਦ ਦਾ ਨਾਜ਼ਮ, ਸਰਹੰਦ ਦਾ ਸੂਬਾ ਵਜ਼ੀਰ ਖਾਂ, ਇਹ ਤੇ ਆਇਆ ਸੀ ਚਮਕੌਰ ਗੜ੍ਹੀ ਨੂੰ ਘੇਰਨ ਵਾਸਤੇ। ਉਦੋਂ ਇਹ ਸਰਹੰਦ ਮੌਜੂਦ ਨਹੀਂ ਸੀ। ਸਾਧ ਸੰਗਤ ਜਦੋਂ ਇਹ ਪਹੁੰਚਿਆ ਵਾਪਸ, ਹੈ ਤੇ ਬਹੁਤ ਨਮੋਸ਼ ਧਰਤੀ ਇਸ ਨੂੰ ਵੇਲ ਨਹੀਂ ਦੇ ਰਹੀ ਵੀ ਲੋਕੀ ਸਾਨੂੰ ਕੀ ਕਹਿਣਗੇ ਵੀ ਇੰਨੇ ਮਹੀਨੇ ਤੁਸੀਂ ਆਨੰਦਪੁਰੀ ਨੂੰ ਘੇਰ ਰੱਖਿਆ। ਪਲਾਓ ਤੇ ਬੜੇ ਮਜ਼ਬੂਤ ਕਿਲ੍ਹੇ ਸਨ, ਹੁਣ ਤੇ ਕੱਚੀ ਗੜ੍ਹੀ ਸੀ, ਔਰ ਗੁਰੂ ਜੀ ਦੇ ਪਾਸ ਸਿਰਫ ਭੁੱਖਣ ਪਾਣੀ 40 ਸਿੰਘ ਸਨ। ਤੁਹਾਡੇ ਪਾਸ 10 ਲੱਖ ਦੀ ਗਿਣਤੀ ਵਿੱਚ ਸੈਨਾ, ਤੁਸੀਂ ਫਿਰ ਵੀ ਗੁਰੂ ਜੀ ਨੂੰ ਗ੍ਰਿਫਤਾਰ ਨਹੀਂ ਕਰ ਸਕੇ, ਜਾਂ ਮੈਦਾਨ ਜੰਗ ਵਿੱਚ ਉਹਨਾਂ ਨੂੰ ਸ਼ਹੀਦ ਨਹੀਂ ਕਰ ਸਕੇ। ਕੀ ਦੁਨੀਆ ਨੂੰ ਮੂੰਹ ਦਿਖਾਵਾਂਗਾ। ਫਿਰ ਸਾਧ ਸੰਗਤ ਇਹ ਅੰਦਰੋਂ ਅੰਦਰ ਬੜਾ ਝੂਰ ਰਿਹਾ ਹੈ। ਪਰ ਜਦੋਂ ਇਸ ਨੂੰ ਸਰਹੰਦ ਆ ਕੇ ਖਬਰ ਮਿਲੀ ਕਿ ਗੁਰੂ ਜੀ ਦੇ ਸਾਹਿਬਜ਼ਾਦੇ ਮੇਰੀ ਕੈਦ ਵਿੱਚ ਆ ਗਏ ਨੇ, ਇਹ ਮਨ ਹੀ ਮਨ ਵਿੱਚ ਬੜਾ ਖੁਸ਼ ਹੋਇਆ ਵੀ ਚਲੋ ਗੁਰੂ ਨਹੀਂ, ਉਸ ਦੇ ਸਾਹਿਬਜ਼ਾਦੇ ਹੀ ਸਹੀ, ਉਹਨਾਂ ਦੇ ਪਾਸੋਂ ਬਦਲਾ ਲੈ ਲਵਾਂਗਾ। ਇਤਿਹਾਸ ਬਹੁਤ ਵਾਰ ਆਪ ਨੇ ਸੁਣਿਆ ਹੋਵੇਗਾ, 3 ਪੇਸ਼ੀਆਂ ਹੋਈਆਂ ਸਾਹਿਬਜ਼ਾਦਿਆਂ ਦੀਆਂ ਉਸ ਜ਼ਾਲਮ ਦੀ ਕਚਹਿਰੀ ਦੇ ਵਿੱਚ। ਪਹਿਲਾਂ ਤਾਂ ਇਸ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਦੇਖੋ ਬੱਚਿਓ, ਤੁਹਾਡਾ ਪਿਤਾ ਉਹ ਚਮਕੌਰ ਦੇ ਮੈਦਾਨੀ ਜੰਗ ਦੇ ਵਿੱਚ ਸ਼ਹੀਦ ਹੋ ਗਿਆ ਹੈ, ਤੁਹਾਡੇ ਭਰਾ ਉਹ ਸ਼ਹੀਦ ਹੋ ਗਏ ਨੇ, ਹੁਣ ਕੌਣ ਹੈ ਸੰਸਾਰ 'ਤੇ ਤੁਹਾਡੀ ਹਿਫਾਜ਼ਤ ਕਰਨ ਵਾਲਾ, ਤੁਹਾਡੀ ਪਾਲਣਾ ਕਰਨ ਵਾਲਾ। ਵੀ ਤੁਸੀਂ ਦੀਨ ਇਸਲਾਮ ਕਬੂਲ ਕਰ ਲਓ, ਕਲਮਾ ਪੜ੍ਹ ਲਓ, ਫਿਰ ਮੈਂ ਤੁਹਾਡੀ ਹਿਫਾਜ਼ਤ ਕਰਾਂਗਾ, ਤੁਹਾਨੂੰ ਇੱਥੇ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਪ੍ਰਾਪਤ ਹੋਣਗੀਆਂ। ਪਰ ਸਾਧ ਸੰਗਤ ਜਿਨ੍ਹਾਂ ਨੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਦੇ ਪਾਸੋਂ ਇਹ ਅੰਮ੍ਰਿਤ ਦੀ ਗੁੜਤੀ ਪ੍ਰਾਪਤ ਕੀਤੀ ਹੋਵੇ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਵੇ, ਜਿਨ੍ਹਾਂ ਦੇ ਦਾਦੇ ਨੇ ਕਿਸੇ ਪਰਾਏ ਧਰਮ ਦੀ ਰੱਖਿਆ ਵਾਸਤੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਜਾ ਕੇ ਆਪਣਾ ਆਪਾ ਕੁਰਬਾਨ ਕੀਤਾ ਹੋਵੇ, ਇੱਕ ਵਾਰ ਹਿੰਦੂਆਂ ਦੀ ਬਾਂਹ ਪਕੜ ਕੇ ਫਿਰ ਮੁੜ ਕੇ ਛੱਡੀ ਨਾ ਹੋਵੇ ਆਪਣਾ ਆਪਾ ਕੁਰਬਾਨ ਕਰਕੇ ਵੀ, ਸਾਧ ਸੰਗਤ ਉਹਨਾਂ ਦੇ ਉੱਪਰ ਇਹੋ ਜਿਹੀ ਘਟੀਆ ਸਿੱਖਿਆ ਦਾ ਅਸਰ ਕਿਸ ਤਰ੍ਹਾਂ ਹੋ ਸਕਦਾ ਹੈ। ਜਿਨ੍ਹਾਂ ਨੂੰ ਸਬਕ ਮਾਤਾ ਗੁਜਰੀ ਜੀ ਵੱਲੋਂ ਹੁਣ ਤੱਕ ਇਹੋ ਹੀ ਪੜ੍ਹਾਇਆ ਜਾ ਰਿਹਾ, ਕਿਉਂਕਿ ਮਾਤਾ ਜੀ ਵੀ ਅੱਗੇ ਹੋਣ ਵਾਲੀ ਸਾਰੀ ਵਾਰਤਾ ਜਾਣਦੇ ਸਨ। ਕੀ ਨਸੀਹਤਾਂ ਦੇ ਰਹੇ ਨੇ ਆਪਣੇ ਪੋਤਰਿਆਂ ਨੂੰ ਵੀ ਲਾਲ ਜੀ ਯਾਦ ਰੱਖਿਓ ਹਮੇਸ਼ਾ ਆਪਣੇ ਦਾਦੇ ਗੁਰੂ ਦੀ ਨਸੀਹਤ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚੈ ਬੁਰੀਆਈਆਂ ਗੁਰ ਸਬਦੀ, ਇਹ ਮਨ ਹੋੜੀਏ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਬਾਹੇ ਨਾ ਛੋਡੀਏ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਏ, ਧਰ ਪਈਏ 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 ਧਰਮ ਨਾ ਛੋਡੀਏ।
ਹਰ ਪਈਏ ਧਰਮ ਨਾ ਛੋੜੀਏ, ਹਰ ਪਈਏ ਧਰਮ ਨਾ ਛੋੜੀਏ, ਹਰ ਪਈਏ ਧਰਮ ਨਾ ਛੋੜੀਏ, ਹਰ ਪਈਏ ਧਰਮ ਨਾ ਛੋੜੀਏ। ਹਰ ਪਈਏ ਧਰਮ ਨਾ ਛੋੜੀਏ, ਹਰ ਪਈਏ ਧਰਮ ਨਾ, ਹਰ ਪਈਏ ਧਰਮ ਨਾ ਛੋੜੀਏ, ਹਰ ਪਈਏ ਧਰਮ ਨਾ ਛੋੜੀਏ। ਸਾਧ ਸੰਗਤ ਉਹਨਾਂ ਨੂੰ ਦੁਨੀਆ ਦੀ ਕਿਹੜੀ ਸ਼ਕਤੀ ਡੁਲਾ ਸਕਦੀ ਸੀ। ਸਾਹਿਬਜ਼ਾਦੇ ਅਡੋਲ ਰਹੇ। ਦੂਸਰੇ ਦਿਨ ਫਿਰ ਪੇਸ਼ੀ ਹੋਈ। ਫਿਰ ਸਾਹਿਬਜ਼ਾਦਿਆਂ ਨੇ ਆ ਕੇ ਬੜੀ ਵੀਰਤਾ ਦਿਖਾਈ, ਫਤਿਹ ਬੁਲਾਈ। ਉਸ ਸੂਬੇ ਦੀ ਕਚਹਿਰੀ ਵਿੱਚ ਆ ਕੇ ਉਹਦੇ ਅੱਗੇ ਝੁਕੇ ਨਹੀਂ, ਸਲਾਮ ਨਹੀਂ ਕੀਤਾ। ਉਸਦੇ ਝੋਲੀ ਚੁੱਕ ਦੀਵਾਨ ਸੁੱਚਾ ਆਨੰਦ ਨੇ ਬਥੇਰਾ ਸਾਹਿਬਜ਼ਾਦਿਆਂ ਨੂੰ ਆਪਣੀ ਵੱਲੋਂ ਕੋਸ਼ਿਸ਼ ਕੀਤੀ ਸਮਝਾਉਣ ਦੀ ਵੀ ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ, ਇਹ ਆਨੰਦਪੁਰੀ ਨਹੀਂ, ਇਹ ਸਰਹੰਦ ਹੈ, ਸੂਬੇ ਦੀ ਕਚਹਿਰੀ ਹੈ, ਇੱਥੇ ਆ ਕੇ ਸਲਾਮ ਕਰੀਂਦਾ ਹੈ। ਪਰ ਸਾਧ ਸੰਗਤ ਉਹਨਾਂ ਉੱਪਰ ਉਸ ਪਾਪੀ ਦੀਆਂ ਇਹਨਾਂ ਗੱਲਾਂ ਦਾ ਕੀ ਅਸਰ ਹੋਣਾ ਸੀ। ਫਿਰ ਇਸ ਨੇ ਕਦੀ ਪਿਆਰ ਦੇ ਨਾਲ ਔਰ ਕੜੀ ਤਾੜਨਾ ਭਰੇ ਲਫ਼ਜ਼ਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਆਪਣੇ ਜ਼ੇਰੇ ਅਸਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਇਹਨਾਂ ਦੀ ਸਰੀਰ ਕਰਕੇ ਉਮਰ ਹੈ ਬਹੁਤ ਛੋਟੀ। ਜੇ ਮੈਂ ਆਪਣੀ ਵੱਲੋਂ ਇਹਨਾਂ ਨੂੰ ਕੋਈ ਸਜ਼ਾ ਦਿੱਤੀ, ਲੋਕੀ ਮੈਨੂੰ ਫਿਟਕਾਰਾਂ ਲਾਹਣਤਾਂ ਪਾਉਣਗੇ। ਉਹਨੇ ਇੱਕ ਹੋਰ ਤਰਕੀਬ ਬਣਾਈ ਵੀ ਮੈਂ ਆਪਣੇ ਮਨੋਰਥ ਵਿੱਚ ਵੀ ਕਾਮਯਾਬ ਹੋ ਜਾਵਾਂ ਔਰ ਮੇਰੇ ਉੱਪਰ ਇਸ ਗੱਲ ਦਾ ਕਲੰਕ ਵੀ ਨਾ ਲੱਗੇ। ਉਹਦੀ ਕਚਹਿਰੀ ਵਿੱਚ ਬੈਠਾ ਸੀ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ, ਔਰ ਇਸ ਮਲੇਰਕੋਟਲੇ ਦਾ ਨਵਾਬ ਨਾਰ ਖਾਂ ਚਮਕੌਰ ਦੇ ਮੈਦਾਨੇ ਜੰਗ ਦੇ ਵਿੱਚ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ ਸੀ। ਜ਼ਫਰਨਾਮੇ ਦੇ ਵਿੱਚ ਸਤਿਗੁਰੂ ਜੀ ਨੇ ਇਸ ਨਾਰ ਖਾਂ ਦਾ ਜ਼ਿਕਰ ਕੀਤਾ ਹੈ ਵਿਸ਼ੇਸ਼ ਤੌਰ 'ਤੇ, ਜਿਹਨੇ ਗੜੀ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ ਪੌੜੀ ਲਾ ਕੇ, ਪਰ ਇਹ ਸਤਿਗੁਰੂ ਜੀ ਦੇ ਤੀਰ ਦੀ ਮਾਰ ਹੇਠ ਆ ਗਿਆ ਔਰ ਸਤਿਗੁਰੂ ਜੀ ਦਾ ਤੀਰ ਖਾ ਕੇ ਉਸ ਗੜੀ ਦੀ ਛੱਤ ਤੋਂ ਜਾਂ ਉਸ ਪੌੜੀ ਤੋਂ ਡਿੱਗ ਕੇ ਥਾਂ ਇਸ ਦੀ ਮੌਤ ਹੋ ਗਈ। ਇਹ ਸਾਰਾ ਵਾਕਿਆ ਸਤਿਗੁਰੂ ਜੀ ਨੇ ਬਿਆਨ ਕੀਤਾ ਹੈ ਜ਼ਫਰਨਾਮੇ ਦੇ ਵਿੱਚ। ਇਹ ਸਰਹੰਦ ਦਾ ਸੂਬਾ ਮਲੇਰਕੋਟਲੇ ਦੇ ਨਵਾਬ ਨੂੰ ਕਹਿਣ ਲੱਗਿਆ ਵੀ ਦੇਖੋ, ਤੁਹਾਡੇ ਭਰਾ ਨੂੰ ਇਹਨਾਂ ਦੇ ਪਿਓ ਨੇ, ਇਹਨਾਂ ਦੇ ਪਿਤਾ ਨੇ ਸ਼ਹੀਦ ਕੀਤਾ ਹੈ। ਹੁਣ ਮੈਂ ਇਹਨਾਂ ਨੂੰ ਤੁਹਾਡੇ ਹਵਾਲੇ ਕਰ ਰਿਹਾ, ਤੁਸੀਂ ਆਪਣੇ ਭਰਾ ਦੀ ਮੌਤ ਦਾ ਇਹਨਾਂ ਦੇ ਪਾਸੋਂ ਬਦਲਾ ਲੈ ਸਕਦੇ ਹੋ। ਉਹ ਵੀ ਸਮਝ ਗਏ। ਕਹਿਣ ਲੱਗੇ ਨਾਜ਼ਮ ਸਾਹਿਬ, ਸਾਡੀ ਦੁਸ਼ਮਣੀ ਹੋ ਸਕਦੀ ਹੈ ਇਹਨਾਂ ਦੇ ਪਿਤਾ ਦੇ ਨਾਲ, ਜੇ ਸਾਡੇ ਵਿੱਚ ਜੁਰਤ ਹੋਵੇਗੀ, ਸਾਡੇ ਵਿੱਚ ਦਲੇਰੀ ਹੋਵੇਗੀ, ਸਾਡੇ ਵਿੱਚ ਅਣਖ ਹੋਵੇਗੀ, ਅਸੀਂ ਮੈਦਾਨੇ ਜੰਗ ਵਿੱਚ ਜਾ ਕੇ ਇਸਦੇ ਪਿਤਾ ਦਾ ਮੁਕਾਬਲਾ ਕਰਾਂਗੇ, ਬਦਲਾ ਉਹਦੇ ਪਾਸੋਂ ਲਵਾਂਗੇ। ਨਾ ਸ਼ੀਰਖੋਰ ਬੱਚਿਆਂ ਨੇ ਸਾਡਾ ਕੀ ਵਿਗਾੜਿਆ, ਅਸੀਂ ਬਦਲਾ ਇਹਨਾਂ ਪਾਸੋਂ ਕਿਵੇਂ ਲੈ ਸਕਦੇ ਹਾਂ। ਉਹ ਸਾਧ ਸੰਗਤ
ਉਸ ਨੂੰ ਇਸ ਤਰਕੀਬ ਦੇ ਵਿੱਚ ਵੀ ਕਾਮਯਾਬੀ ਨਾ ਮਿਲੀ। ਫਿਰ ਅੱਗੇ ਜੋ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ, ਜਦੋਂ ਸੁੱਚਾਨੰਦ ਨੇ ਦੇਖਿਆ ਨਾ ਕਿ ਵਜ਼ੀਰ ਖਾਂ ਉਹ ਤਾਂ ਇਹਨਾਂ ਦੇ ਅਨੁਸਾਰ ਹੀ ਹੁੰਦਾ ਜਾ ਰਿਹਾ ਹੈ, ਕਿਤੇ ਐਸਾ ਨਾ ਹੋਵੇ ਇਹ ਸਾਰੀ ਖੇਡ ਹੀ ਵਿਗੜ ਜਾਵੇ, ਕਿਤੇ ਇਹਨਾਂ ਦੀ ਰਿਹਾਈ ਦਾ ਐਲਾਨ ਨਾ ਜਾਰੀ ਕਰ ਦਿੱਤਾ ਜਾਵੇ। ਫਿਰ ਸਾਧ ਸੰਗਤ ਜਿਸ ਤਰ੍ਹਾਂ ਉਹਨਾਂ ਮਰਦਾਂ ਨੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ ਨਾ, ਜਿਸ ਨੂੰ ਸਿੱਖ ਜਗਤ ਨੇ ਅੱਜ ਤੱਕ ਯਾਦ ਰੱਖਿਆ ਹੈ, ਉਸ ਦੁਸ਼ਟ ਨੇ, ਉਸ ਪਾਪੀ ਨੇ ਉਲਟੀ ਗੱਲ ਕੀਤੀ। ਇਹ ਕਹਿਣ ਲੱਗਾ ਵੀ ਜਿਹੜੇ ਇਹ ਸ਼ੇਰ ਦੇ ਬੱਚੇ, ਇਹਨਾਂ ਨੇ ਵੱਡੇ ਹੋ ਕੇ ਸ਼ੇਰ ਹੀ ਬਣਨਾ ਹੈ, ਸੱਪ ਦੇ ਬੱਚੇ ਇਹ ਵੱਡੇ ਹੋ ਕੇ ਡੰਗ ਹੀ ਮਾਰਦੇ ਨੇ, ਇਹਨਾਂ ਦੇ ਨਾਲ ਲਿਹਾਜ਼ ਨਹੀਂ ਕੀਤੀ ਜਾ ਸਕਦੀ, ਇਹ ਸਜ਼ਾ ਦੇ ਹੀ ਹੱਕਦਾਰ ਨੇ। ਫਿਰ ਸਾਧ ਸੰਗਤ ਇਤਿਹਾਸ ਬਹੁਤ ਲੰਮਾ ਆਪਨੇ ਬਹੁਤ ਵਾਰ ਸੁਣਿਆ ਹੋਵੇਗਾ, ਜਿਸ ਤਰ੍ਹਾਂ ਪਹਿਲਾਂ ਅਰਜ਼ ਕੀਤੀ ਹੈ, ਸਮਾਗੇ ਇਜਾਜ਼ਤ ਵੀ ਨਹੀਂ ਦੇ ਰਿਹਾ, ਆਪਾਂ ਤੇ ਭਾਵੇਂ ਹਫ਼ਤਿਆਂ ਬੱਧੀ ਮਹੀਨਿਆਂ ਬੱਧੀ ਵਿਚਾਰਾਂ ਕਰਦੇ ਰਹੀਏ। ਫਿਰ ਕਾਜ਼ੀ ਦੇ ਪਾਸੋਂ ਸਾਹਿਬਜ਼ਾਦਿਆਂ ਨੂੰ ਫਤਵਾ ਲਵਾਇਆ ਗਿਆ ਜਿਉਂਦਿਆਂ ਨੂੰ ਦੀਵਾਰਾਂ ਵਿੱਚ ਚਿਣਨ ਦਾ। ਫਿਰ ਉਸ ਦੁਸ਼ਟ ਨੇ, ਉਸ ਪਾਪੀ ਨੇ ਕਿਵੇਂ ਸਤਿਗੁਰੂ ਜੀ ਦੇ ਸੀਰ ਖੋਰ ਸਾਹਿਬਜ਼ਾਦਿਆਂ ਨੂੰ, ਉਹਨਾਂ ਨੂੰ ਜਿਉਂਦਿਆਂ ਨੂੰ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕੀਤਾ। ਔਰ ਮਾਤਾ ਗੁਜਰੀ ਜੀ ਨੇ ਵੀ, ਕਿਉਂਕਿ ਉਹ ਵੀ ਯੋਗਾ ਅਭਿਆਸੀ ਸਨ। ਸਤਿਗੁਰੂ ਜੀ ਨੇ ਵਿਚਿੱਤਰ ਨਾਟਕ ਦੇ ਵਿੱਚ ਜਿੱਥੇ ਆਪਣੇ ਗੁਰੂ ਪਿਤਾ ਜੀ ਦੀ ਤਪੱਸਿਆ ਦਾ ਜ਼ਿਕਰ ਕੀਤਾ ਹੈ, ਨਾਲ ਮਾਤਾ ਜੀ ਦਾ ਜ਼ਿਕਰ ਵੀ ਆਉਂਦਾ ਹੈ। ਤਾਤ ਮਾਤ ਮੁਰ ਅਲਖ ਅਰਾਧਾ, ਤਾਤ ਨਾਮ ਪਿਤਾ ਦਾ ਹੈ ਔਰ ਮਾਤ ਨਾਮ ਮਾਤਾ ਦਾ। ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਵਿਧ ਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਉਹਨਾਂ ਨੇ ਵੀ ਬੜਾ ਅਭਿਆਸ ਕੀਤਾ, ਉਹ ਯੋਗਾ ਅਭਿਆਸ ਵੀ ਜਾਣਦੇ ਸਨ। ਬਹੁਤ ਸਾਰੇ ਵਿਦਵਾਨਾਂ ਦਾ ਮਤ ਹੈ ਕਿ ਮਾਤਾ ਜੀ ਨੇ ਆਪਣੇ ਪ੍ਰਾਣ 10ਵੇਂ ਦੁਆਰ ਚਾੜ ਕੇ ਬ੍ਰਹਮ ਰੰਦਰ ਭੰਨ ਕੇ ਆਪਣਾ ਸਰੀਰ ਰੂਪੀ ਠੀਕਰਾ ਉਹ ਵੀ ਉਸ ਦੁਸ਼ਟ ਸਰਹੰਦ ਦੇ ਸੂਬੇ ਦੇ ਸਿਰ ਭੰਨ ਦਿੱਤਾ। ਜਿਸ ਤਰ੍ਹਾਂ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸਰੀਰ ਰੂਪੀ ਠੀਕਰਾ ਭੰਨਿਆ ਸੀ ਨਾ, ਬਾਦਸ਼ਾਹ ਔਰੰਗਜ਼ੇਬ ਦੇ ਸਿਰ, ਠੀਕਰ ਫੋਰ ਦਿੱਲੀਸ ਸਿਰ ਪ੍ਰਭਪੁਰ ਕੀਆ ਪਿਆਨ। ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਆਪਣਾ ਸਰੀਰ ਰੂਪੀ ਠੀਕਰਾ ਉਸ ਦੁਸ਼ਟ ਦੇ ਸਿਰ ਭੰਨ ਦਿੱਤਾ, ਆਪਣੇ ਪੰਜ ਭੌਤਿਕ ਸਰੀਰ ਦਾ ਪਰਿਤਿਆਗ ਕਰ ਦਿੱਤਾ। ਉਹਨਾਂ ਦੀ ਵੀ ਠੰਡੇ ਬੁਰਜ ਦੇ ਵਿੱਚ ਸ਼ਹਾਦਤ ਹੋ ਗਈ। ਦੇਖੋ ਸਾਧ ਸੰਗਤ ਇਤਿਹਾਸ ਸੁੱਚਾਨੰਦ ਨੂੰ ਵੀ ਯਾਦ ਕਰਦਾ, ਉਸ ਨੂੰ ਫਿਟਕਾਰਾਂ ਪੈਂਦੀਆਂ ਨੇ। ਇਤਿਹਾਸ ਦੀਵਾਨ ਟੋਡਰਮਲ ਨੂੰ ਵੀ ਯਾਦ ਕਰਦਾ ਹੈ। ਉਸ ਦੇ ਕੀਤੇ ਉਪਕਾਰ ਪ੍ਰਤੀ ਸੰਗਤਾਂ ਅੱਜ ਤੱਕ ਕਿਰਤੱਗ ਨੇ, ਜਿਸ ਨੇ ਮਾਤਾ ਜੀ ਦਾ ਔਰ ਸਾਹਿਬਜ਼ਾਦਿਆਂ ਦਾ ਗੁਰੂ ਘਰ ਦੀ ਰਾਹ ਰੀਤ ਦੇ ਅਨੁਸਾਰ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ, ਉਸ ਥਾਂ 'ਤੇ ਸੰਸਕਾਰ ਕੀਤਾ। ਉਹ ਜਗ੍ਹਾ ਕਿਸ ਤਰ੍ਹਾਂ ਖਰੀਦੀ, ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਸੋਨੇ ਦੀਆਂ ਮੋਹਰਾਂ ਵਿਛਾ ਕੇ, ਉਹ ਵੀ ਜਿਸ ਤਰ੍ਹਾਂ ਚਪਟੀਆਂ ਹੁੰਦੀਆਂ ਨੇ ਉਸ ਤਰ੍ਹਾਂ ਰੱਖ ਕੇ ਨਹੀਂ, ਉਹ ਖੜੀਆਂ ਕਰਕੇ ਮੋਹਰਾਂ। ਉਹ ਕਿੰਨੀ ਕੁ ਮਹਿੰਗੀ ਥਾਂ ਖਰੀਦੀ ਹੋਵੇਗੀ ਸਾਹਿਬਜ਼ਾਦਿਆਂ ਦੇ ਔਰ ਮਾਤਾ ਜੀ ਦੇ ਸੰਸਕਾਰ ਵਾਸਤੇ। ਉਸ ਸਿਦਕੀ ਸਿੱਖ ਨੇ, ਉਹ ਸਾਧ ਸੰਗਤ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਉਸ ਦੀ ਜਿਹੜੀ ਕੁਰਬਾਨੀ ਹੈ, ਉਸ ਦੀ ਸੇਵਾ, ਉਹਦੇ ਅੱਗੇ ਹਰ ਸਿੱਖ ਮਾਤਰ ਦਾ ਮਸਤਕ ਝੁਕਦਾ ਹੈ। ਮੋਤੀ ਲਾਲ ਮਹਿਰਾ ਜਿਹੜਾ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਨੂੰ ਔਰ ਵਿਸ਼ੇਸ਼ ਤੌਰ 'ਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਂਦਾ ਰਿਹਾ, ਅੱਜ ਲੋਕ ਮੋਤੀ ਮਹਿਰਾ ਨੂੰ ਬੜੇ ਸਤਿਕਾਰ ਦੇ ਨਾਲ ਯਾਦ ਕਰਦੇ ਨੇ। ਉਸ ਦੀ ਕਰਨੀ ਅੱਗੇ ਹਰ ਸਿੱਖ ਮਾਤਰ ਦਾ, ਸਿੱਖ ਜਗਤ ਦੇ ਬੱਚੇ ਬੱਚੇ ਦਾ ਮਸਤਕ ਝੁਕਦਾ ਹੈ। ਪਰ ਨਾਲ ਸੁੱਚਾਨੰਦ ਵਰਗਿਆਂ ਨੂੰ ਫਿਟਕਾਰਾਂ ਲਾਹਣਤਾਂ ਵੀ ਪੈਂਦੀਆਂ ਨੇ।
ਔਰ ਉਸ ਜ਼ਾਲਮ ਵਜ਼ੀਰ ਖਾਨ ਨੂੰ ਜਿੰਨੀ ਦੇਰ ਤੱਕ ਇਸ ਸੰਸਾਰ ਦਾ ਵਜੂਦ ਕਾਇਮ ਰਹੇਗਾ, ਸੰਸਾਰ ਕੀ ਸਿੱਖ ਕੀ ਮੁਸਲਮਾਨ ਕੀ ਹੋਰ ਆਨ ਮਤਾਂ ਦੇ ਸਾਰੇ ਉਸ ਨੂੰ ਫਿਟਕਾਰਾਂ ਪਾਉਂਦੇ ਹੀ ਰਹਿਣਗੇ। ਆਓ ਸਾਰ ਸੰਗਤ, ਫਿਰ ਅੱਜ ਦੇ ਦਿਨ ਸਤਿਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਔਰ ਮਾਤਾ ਜੀ ਦੀ ਸ਼ਹਾਦਤ ਹੋਈ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਤੁਹਾਡੇ ਵਿੱਚੋਂ ਬਹੁਤ ਸਾਰੇ ਗੁਰਮੁਖ ਮਾਈ ਭਾਈ ਉੱਥੇ ਜਾ ਕੇ ਜ਼ਰੂਰ ਮਾਤਾ ਜੀ ਨੂੰ ਔਰ ਸਾਹਿਬਜ਼ਾਦਿਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟਾ ਕਰਕੇ ਆਏ ਹੋਣਗੇ। ਜੋੜ ਮੇਲੇ ਵਿੱਚ ਜਾ ਕੇ ਹਾਜ਼ਰੀ ਲਵਾਈ ਹੋਵੇਗੀ। ਜੇ ਨਹੀਂ ਵੀ ਲਵਾਈ, ਆਪਾਂ ਇੱਥੇ ਹੀ ਬੈਠੇ ਆਪਣੇ ਆਪ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਬੈਠੇ ਤਸਲੀਮ ਕਰੀਏ ਔਰ ਮਾਤਾ ਜੀ ਦੀ ਔਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੋ ਕੇ ਇਸ ਸ਼ਬਦ ਦਾ ਗਾਇਨ ਕਰੀਏ। ਜਲ ਕਾ ਜਲ ਹੁਆ ਰਾਮ, ਸੂਰਜ ਕਿਰਨ ਮਿਲੀ, ਜਲ ਕਾ ਜਲ ਹੁਆ ਰਾਮ, ਸੂਰਜ ਕਿਰਨ ਮਿਲੀ। ਸੰਪੂਰਨ ਥੀਆ ਰਾਮ, ਜੋਤੀ ਜੋਤ ਮਿਲੀ, ਸੰਪੂਰਨ ਥੀਆ ਰਾਮ, ਜੋਤੀ ਜੋਤ ਰਲੀ। जल का जल हुआ राम, सूरज किरण मिली, जल का जल हुआ राम, सूरज किरण मिली। सूरज किरण मिले, जल का जल हुआ राम,